ਨਾਨਕ ਸਿੰਘ ਦਾ ਨਾਵਲ ਅੱਧ ਖਿੜਿਆ ਫੁੱਲ ਦਾ ਦੂਸਰਾ ਅੰਗ। ਪੇਸ਼ਾਵਰ ਸਦਰ ਵਿੱਚ ਟਾਂਗਿਆਂ ਦੇ ਅੱਡੇ ਲਾਗੇ ਇੱਕ 1.5 ਮੰਜ਼ਲਾ ਮਕਾਨ ਹੈ। ਇਹਦੀ ਬਣਾਵਟ ਸਧਾਰਨ ਜਿਹੀ ਤੇ ਰਿਹਾਇਸ਼ ਵੀ ਵਿਚਲੇ ਪੱਧਰ ਦੀ ਹੈ। ਜਿਸ ਸਮੇਂ ਦਾ ਇਹ ਜ਼ਿਕਰ ਹੈ ਉਦੋਂ ਇਸ ਪਾਸੇ ਬੜੀ ਪਤਲੀ ਆਬਾਦੀ ਸੀ। ਟਾਵੇਂ 10-15 ਮਕਾਨ ਸਨ, ਜਿਨ੍ਹਾਂ ਦੇ ਸੱਜੇ ਪਾਸੇ ਘਾਹ ਮੰਡੀ ਤੇ ਖੱਬੇ ਪਾਸੇ ਫਰੰਟੀਅਰ ਹਾਈ ਸਕੂਲ ਦੀ ਇਮਾਰਤ ਸੀ। ਇਹਨਾਂ ਮਕਾਨਾਂ ਦੇ ਐਨ ਸਾਹਮਣੇ ਸੜਕ ਵੱਲ ਨੂੰ ਟਾਂਗਿਆਂ ਦਾ ਅੱਡਾ ਹੈ ਤੇ ਪਿਛਵਾੜੇ ਵੱਲੋਂ ਇੱਕ ਛੋਟੀ ਸੜਕ ਨੱਥੇਹਾਂ ਪਿੰਡ ਵੱਲ ਜਾਂਦੀ ਹੈ। ਇਸ ਵੱਸੋਂ ਨੂੰ ਅੱਜ ਕੋਈ ਲੱਭਣਾ ਚਾਹੇ ਤਾਂ ਅਣਹੋਣੀ ਗੱਲ ਹੈ। ਉਹਨਾਂ ਪੇਤਲੇ ਮਕਾਨਾਂ ਦੀ ਥਾਂ ਅੱਜ ਉਸ ਥਾਂ ਡਾਕਟਰ ਸਾਹਿਬ ਸਿੰਘ ਦਾ ਸਾਹਿਬਗੰਜ ਨਾਮੀ ਬੜਾ ਸ਼ਾਨਦਾਰ ਮਹੱਲਾ ਉਸਰਿਆ ਖੜਾ ਹੈ ਤੇ ਉਹਦੇ ਲਾਗੇ ਵਾਲੀ ਘਾਹ ਮੰਡੀ ਦੀ ਥਾਂ ਵੱਡੇ ਖਾਨ ਬਹਾਦਰਾਂ ਦੀਆਂ ਕੋਠੀਆਂ। ਸਾਹਮਣੀ ਲੰਗ ਵਿੱਚ ਜਿੱਥੇ ਟਾਂਗੇ ਮੁਰੰਮਤ ਕਰਨ ਦੀਆਂ ਛੱਪਰਨੁਮਾ ਦੁਕਾਨਾਂ ਹੁੰਦੀਆਂ ਸੀ, ਅੱਜ 4 ਮੰਜ਼ਲੀਆਂ ਮਾੜੀਆਂ ਲਿਸ਼ਕ ਰਹੀਆਂ ਹਨ। ਮਕਾਨ ਦੇ ਕੁੱਲ 3 ਕਮਰੇ ਸਨ, 2 ਹੇਠਾਂ ਇੱਕ ਉੱਪਰ। ਇੱਕ ਮਕਾਨ ਸਾਧੂ ਸਿੰਘ ਨੇ ਕਿਰਾਏ ਤੇ ਲਿਆ ਹੋਇਆ ਸੀ। ਹੇਠਲੇ 2 ਕਮਰਿਆਂ 'ਚ ਸਾਧੂ ਸਿੰਘ ਤੇ ਉਹਦੀ ਪਤਨੀ ਰਹਿੰਦੇ ਹਨ। ਉਤਲੀ ਬੈਠਕ ਵਿੱਚ ਉਹਨਾਂ ਦੇ ਨੂੰਹ ਪੁੱਤਰ ਦੀ ਜੋੜੀ। ਪਰ 6 ਮਹੀਨਿਆਂ ਤੋਂ ਉੱਪਰਲੇ ਕਮਰੇ 'ਚ ਸਿਰਫ ਇੱਕ ਮੰਜਾ ਹੈ, ਉਹਨਾਂ ਦੀ ਨੂੰਹ ਦਾ। ਸਾਧੂ ਸਿੰਘ ਸ਼ਹਿਰ ਦੀ ਪਿੱਪਲ ਮੰਡੀ 'ਚ ਗੁੜ ਸ਼ੱਕਰ ਦੀ ਆੜਤ ਕਰਦਾ ਹੈ। ਇਹ ਕੰਮ ਸਿਆਲ ਦੇ 3-4 ਮਹੀਨੇ ਹੁੰਦਾ ਹੈ, ਬਾਕੀ ਸਾਰਾ ਸਾਲ ਉਹ ਅਕਸਰ ਵਿਹਲਾ ਹੀ ਰਹਿੰਦਾ ਹੈ। ਇਹਨਾਂ 4 ਮਹੀਨਿਆਂ 'ਚ ਉਹ ਸਾਲ ਦੀ ਕਮਾਈ ਕਰ ਲੈਂਦਾ ਹੈ। ਇਸ ਤੋਂ ਛੁੱਟੋ ਆਪ ਵੀ ਗੁੜ ਸ਼ੱਕਰ ਦੀ ਖਰੀਦੋ ਫਰੋਖਤ ਕਰਦਾ ਹੈ। ਇਸ ਵਿੱਚ ਉਹਨੇ ਬਥੇਰਾ ਰੁਪਇਆ ਕਮਾ ਲਿਆ ਹੈ। ਸਾਧੂ ਸਿੰਘ ਦੀ ਉਮਰ 50 ਤੋਂ ਵੱਧ ਨਹੀਂ। ਪੁਰਾਣੇ ਖਿਆਲਾਂ ਦਾ ਬੜਾ ਬੀਬਾ ਤੇ ਗੁਰਮੁਖ ਜਿਹਾ ਬੰਦਾ ਹੈ। ਵੱਲ ਛਲ ਜਾਂ ਚਲਾਕੀ ਉਹਦੀ ਸਮਝ ਤੋਂ ਪਰੇ ਦੀਆਂ ਚੀਜ਼ਾਂ ਹਨ। ਧਾਰਮਿਕ ਅਕੀਦਾ ਉਹਦਾ ਸਾਂਝਾ ਜਿਹਾ ਹੈ ਤੇ ਜੇ ਗੁਰਪੁਰਬ ਲਈ ਉਗਰਾਹੀ ਵਾਲੇ ਆਏ ਤਾਂ ਬਿਨਾਂ ਹੀਲ ਹੁੱਜਤ ₹100 ਕੱਢ ਕੇ ਹੱਥ ਜੋੜ ਦਿੱਤੇ। ਜੇ ਭੱਦਰਕਾਲੀ ਦੇ ਮੇਲੇ ਲਈ ਹਿੰਦੂਆਂ ਦਾ ਡੈਪੂਟੇਸ਼ਨ ਆਇਆ ਤਾਂ ਵੀ ਤਿਲ ਫੁੱਲ ਹਾਜ਼ਰ। ਹੱਥ ਵਿੱਚ ਕੜਾ ਵੀ ਹੈ, ਗਲ ਜਨੇਊ ਵੀ। ਦੁੱਖ ਤਕਲੀਫ ਵੇਲੇ ਗੁਰਦੁਆਰੇ 'ਚ ਜਾ ਕੇ ਪਾਠ ਵੀ ਰਖਾ ਦਿੰਦਾ ਤੇ ਸਰਾਧਾਂ 'ਚ ਵਡੇਰਿਆਂ ਦੀ ਥਿੱਤ ਕਰਨ ਲਈ ਮੰਡੀ 'ਚੋਂ ਸ਼ੰਕਰ ਮਿਸ਼ਰ ਨੂੰ ਵੀ ਸੱਦ ਲਿਆਉਂਦਾ। ਜਪਜੀ ਦਾ ਪਾਠ ਤੇ ਗੀਤਾ ਦਾ 18ਵਾਂ ਅਧਿਆਇ ਨੇਮ ਨਾਲ ਪੜ੍ਹਦਾ। ਉਹਦੇ ਘਰ ਇੱਕੋ ਇੱਕ ਸੰਤਾਨ ਹੈ, ਕੁਲਦੀਪ ਸਿੰਘ, ਜਿਹੜਾ 6 ਮਹੀਨਿਆਂ ਤੋਂ ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦ ਹੈ। ਧਰਮ ਪਿੱਛੇ ਕੈਦ ਹੋਣ ਵਾਲੇ ਪੁੱਤਰ ਲਈ ਉਹਦੇ ਦਿਲ 'ਚ ਕੋਈ ਰੰਜ ਨਹੀਂ, ਸਗੋਂ ਫਖਰ ਹੈ। ਜੇ ਰੰਜ ਹੈ ਤੇ ਇਸ ਗੱਲ ਦਾ ਕਿ ਕੁਲਦੀਪ ਆਪਣੀ ਵਹੁਟੀ ਨਾਲ ਗੁੱਸੇ ਹੋ ਕੇ ਬਿਨਾਂ ਕਿਸੇ ਨੂੰ ਦੱਸਿਆਂ ਚਲਾ ਗਿਆ ਸੀ। ਸਾਧੂ ਸਿੰਘ ਦਾ ਸਰੀਰ ਕਾਨੇ ਵਰਗਾ ਪਤਲਾ, ਮਾਨੋ ਹੱਡੀਆਂ ਦਾ ਪਿੰਜਰ ਮਾਤਰ ਹੈ। ਇੱਕ ਦਮੇ ਦੀ ਬਿਮਾਰੀ, ਦੂਜਾ ਅਫੀਮ ਦੀ ਆਦਤ ਨੇ ਉਹਦੇ ਪਿੰਡੇ ਦਾ ਲਹੂ ਚੱਟ ਲਿਆ। ਉਹਦੀ ਪਤਨੀ ਗਿਆਨ ਕੌਰ ਦਾ ਸਿਰਫ ਨਾਮ ਹੀ ਗਿਆਨ ਕੌਰ ਹੈ। ਉਸ ਵਿੱਚ ਆਪਣੇ ਨਾਂ ਵਾਲੀ ਕੋਈ ਸਿਫਤ ਨਹੀਂ ਲੱਭਦੀ। ਸਰੀਰ ਦੀ ਕੁਝ ਭਾਰੀ, ਕੱਦ ਦੀ ਮਧਰੀ ਹੈ। ਪਤੀ ਨਾਲੋਂ 5-7 ਸਾਲ ਛੋਟੀ ਮਾਲੂਮ ਹੁੰਦੀ ਹੈ। ਪੂਜਾ ਪਾਠ ਤੇ ਧਰਮ ਨੇਮ ਵੱਲੋਂ ਉਹ ਆਪਣੇ ਪਤੀ ਨਾਲੋਂ ਘੱਟ ਨਹੀਂ, ਪਰ ਉਮਰ ਦੇ ਨਾਲ ਉਸ 'ਚ ਕ੍ਰੋਧ ਦਾ ਵੀ ਵਾਧਾ ਹੁੰਦਾ ਜਾਂਦਾ ਹੈ। ਇਸ ਕ੍ਰੋਧ ਦਾ ਅਕਸਰ ਸ਼ਿਕਾਰ ਹੋਣਾ ਪੈਂਦਾ ਉਹਦੇ ਪਤੀ ਨੂੰ, ਤੇ ਉਦੋਂ ਵੀ ਬਹੁਤਾ ਨੂੰਹ ਜਾਂ ਨੁਕਰਾਣੀ ਰਦੀਆ ਨੂੰ। ਨਾਂ ਨੂੰ ਉਹ ਹੋਤੀ ਵਾਲੇ ਸੰਤਾਂ ਦੀ ਚੇਲੀ ਹੈ। ਦਿਨ ਰਾਤ ਦੇ 24 ਘੰਟਿਆਂ 'ਚੋਂ ਬਹੁਤਾ ਨਹੀਂ ਤਾਂ 10-12 ਘੰਟੇ ਮਾਲਾ ਉਹਦੇ ਹੱਥ 'ਚ ਰਹਿੰਦੀ ਹੈ, ਪਰ ਆਪਣੇ ਗੁਰਦੇਵ ਵਾਲੀ ਨਿਮਰਤਾ ਤੇ ਰੂਹਾਨੀਅਤ ਉਹਦੇ ਨੇੜੇ ਨਹੀਂ ਢੁਕੀ। ਜਿਸ ਦਿਨ ਦਾ ਕੁਲਦੀਪ ਘਰੋਂ ਨਿਕਲਿਆ ਉਸੇ ਦਿਨ ਤੋਂ ਮਾਈ ਗਿਆਨ ਕੌਰ ਦੀ ਨੂੰਹ ਨੇ ਮੰਜਾ ਮੱਲਿਆ ਹੋਇਆ। ਸਤਵੰਤ ਕੌਰ ਦੀ ਬਿਮਾਰੀ ਬਾਰੇ ਆਂਢ ਗੁਆਂਢ ਵਿੱਚ 2 ਤਰ੍ਹਾਂ ਦੀਆਂ ਰਵਾਇਤਾਂ ਮਸ਼ਹੂਰ ਹਨ। ਕਈਆਂ ਦਾ ਖਿਆਲ ਹੈ ਉਹਦੀ ਬਿਮਾਰੀ ਦਾ ਕਾਰਨ ਪਤੀ ਦਾ ਵਿਛੋੜਾ ਹੈ, ਕਈ ਇਹਦਾ ਕਾਰਨ ਉਹਦੀ ਸੱਸ ਦੀ ਬਦਸਲੂਕੀ ਦੱਸਦੇ ਆ। ਹੋ ਸਕਦਾ ਦੋਵੇਂ ਠੀਕ ਹੋਣ। ਜਿਸ ਦਿਨ ਦਾ ਕੁਲਦੀਪ ਗਿਆ, ਗਿਆਨ ਕੌਰ ਦੀ ਜ਼ਬਾਨ ਤੋਂ 2 ਕਿਸਮਾਂ ਦੀ ਬਾਣੀ ਵਧੇਰੇ ਨਿਕਲਦੀ ਹੈ। ਮਾਲਾ ਦੇ ਮਣਕਿਆਂ ਨਾਲ ਵੈਗਰੂ ਦਾ ਉਚਾਰ ਤੇ ਜਾਂ ਨੂੰਹ ਲਈ, ਖਾਸ ਕਰਕੇ ਨੂੰਹ ਦੇ ਜੰਮਣ ਵਾਲਿਆਂ ਲਈ ਬਦ ਅਸੀਸਾਂ। ਕੁਲਦੀਪ ਦੇ ਜਾਣ ਤੋਂ ਪੂਰੇ 4 ਮਹੀਨਿਆਂ ਬਾਅਦ ਸਤਵੰਤ ਕੌਰ ਨੂੰ ਬਿਮਾਰੀ ਦੀ ਹਾਲਤ 'ਚ ਲੜਕਾ ਪੈਦਾ ਹੋਇਆ, ਜਿਸ ਲਈ ਸ਼ੁਰੂ ਤੋਂ ਇੱਕ ਪੂਰਬਨ ਚੁੰਗਾਵੀ ਰੱਖ ਦਿੱਤੀ ਗਈ, ਕਿਉਂਕਿ ਸਤਵੰਤ ਬਾਰੇ ਸਭ ਨੂੰ ਸ਼ੱਕ ਹੈ ਕਿ ਉਹਨੂੰ ਤਪਦਕ ਹੈ। ਇਸ ਲਈ ਦੁੱਧ ਚੁੰਘਾਉਣਾ ਤਾਂ ਕਿਤੇ ਰਿਹਾ, ਲੱਗਦੀ ਵਾਹ ਬੱਚੇ ਨੂੰ ਮਾਂ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਜਾਂਦਾ। ਰਦੀਆ ਬੜੀ ਬਦਤਮੀਜ਼, ਹੰਕਾਰਨ, ਝੋਟੀ ਤੇ ਮੀਸਣੀ ਹੈ। ਹਰ ਵੇਲੇ ਉਹਦੀ ਨੀਅਤ ਦਾਅ ਮਾਰੀ ਤੇ ਰਹਿੰਦੀ ਹੈ। ਇਸੇ ਗੱਲੇ ਗਿਆਨ ਕੌਰ ਦੀ ਉਸ ਨਾਲ ਬਣਦੀ ਨਹੀਂ। ਦਿਨ 'ਚ 32 ਵੇਰਾਂ ਨੌਕਰਾਣੀ ਤੇ ਮਾਲਕਨ 'ਚ ਖੁੜਬੀ ਹੁੰਦੀ ਹੈ। ਰਦੀਆ ਦਾ ਰੰਗ ਤਵੇ ਦੇ ਪੁੱਠੇ ਪਾਸੇ ਵਰਗਾ ਹੈ। ਸਾਹਮਣੇ ਦੀਆਂ 2 ਬੀੜਾਂ ਦੇ 3-4 ਦੰਦ ਝੜੇ ਹੋਣ ਕਰਕੇ ਉਹਦੇ ਮੂੰਹ 'ਚ ਇੱਕ ਤਕੜਾ ਮਗੋਰਾ ਜਿਹਾ ਬਣ ਗਿਆ। ਅੱਖਾਂ ਛੋਟੀਆਂ, ਪੇਟ ਵਧਿਆ ਹੋਇਆ, ਇੱਕ ਲੱਤੋਂ ਥੋੜ੍ਹਾ ਜਿਹਾ ਲੰਘਾ ਕੇ ਤੁਰਦੀ ਹੈ, ਪਰ ਬੜੀ ਕਾਹਲੀ। ਦੁੱਧ ਚੁੰਘਾਉਣ ਲੱਗਿਆ ਹਰ ਘੜੀ ਉਹਦਾ ਇਹੋ ਖਿਆਲ ਰਹਿੰਦਾ ਹੈ ਕਿ ਬਗਾਨਾ ਬਾਲ ਬਹੁਤਾ ਨਾ ਚੁੰਘ ਜਾਏ, ਮਤੇ ਉਹਦੀ ਆਪਣੀ ਕੁੜੀ ਭੁੱਖੀ ਰਹੇ।
ਭਾਵੇਂ ਸੇਰ ਦੁੱਧ ਰਦੀਆ ਨੂੰ ਰੋਜ਼ ਪੀਣ ਲਈ ਦਿੱਤਾ ਜਾਂਦਾ ਹੈ, ਫਿਰ ਵੀ ਹਰ ਵੇਲੇ ਉਹਦੀ ਇਹੋ ਸ਼ਿਕਾਇਤ ਰਹਿੰਦੀ ਹੈ, दूध ने आवत मैं क्या करूं, मेरी बिटिया भूख को मर जाता है, अपन को तो बवाल पर गया हो, कछु खाए बे पिए बे को देत ना है तो दूध कहाँ से आइए। घर ਦੇ ਸਾਰੇ ਬੰਦੇ ਇਸ ਕਲੈਣੀ ਦੇ ਹੱਥੋਂ ਦੁਖੀ ਹੈ। ਕਈ ਵਾਰ ਇਹਦੀਆਂ ਚੋਰੀਆਂ ਫੜੀਆਂ ਜਾ ਚੁੱਕੀਆਂ, ਚੋਰੀਆਂ ਵੀ ਨਿਗੂਣੀਆਂ ਜੀਆਂ। ਕਦੇ ਖੰਡ ਵਾਲੇ ਭਾਂਡੇ 'ਚੋਂ 2-4 ਮੁੱਠਾਂ ਖੰਡ ਕੱਢ ਕੇ ਧੋਤੀ ਦੀ ਕੰਨੀ ਬੰਨ੍ਹ ਲੈਂਦੀ ਹੈ, ਕਦੇ ਦੁੱਧ ਤੋਂ ਮਲਾਈ ਲਾ ਕੇ ਕੁੱਛੜ ਵਾਲੀ ਕੁੜੀ ਦੇ ਮੂੰਹ 'ਚ ਤੁੰਨਣ ਲੱਗ ਪੈਂਦੀ ਹੈ, ਕਦੇ ਕੋਈ ਕੌਲ ਗਲਾਸ ਕੱਚੇ ਮਾਰ ਖੜਦੀ ਹੈ, ਅਤੇ ਜੇ ਬਾਜ਼ਾਰੋਂ ਦਵਾਨੀ ਦੀ ਚੀਜ਼ ਲੈਣ ਜਾਂਦੀ ਹੈ ਤਾਂ ਵਿੱਚੋਂ 2 ਪੈਸੇ ਜ਼ਰੂਰ ਕੁਤਰ ਲੈਂਦੀ। ਪਰ ਉਹਦੀ ਇਹ ਸਾਰੀ ਕਮਾਈ ਔਂਤਰ ਹੀ ਜਾਂਦੀ ਸੀ। ਉਹਦਾ ਪਤੀ ਹੱਦ ਦਰਜੇ ਦਾ ਸ਼ਰਾਬੀ ਸੀ। ਉਸ ਉੱਤੇ ਵਾਧਾ ਇਹ ਸੀ ਕਿ ਪੁੱਜ ਕੇ ਮੁਖੱਟੂ, ਕਿਤੇ 4 ਦਿਨ ਕੰਮ 'ਤੇ ਲੱਗਦਾ ਵੀ ਤਾਂ ਪੀ ਕੇ ਮਾਲਕਾਂ ਨਾਲ ਗਾਲੋ ਗਾਲੀ ਹੋ ਪੈਂਦਾ, ਅਤੇ ਦੂਜੇ ਦਿਨ ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀ ਆਈ ਵਾਲਾ ਹਾਲ ਹੁੰਦਾ। ਰਦੀਆ ਮਰ ਪਿੱਟ ਕੇ ਅਤੇ ਚੋਰੀ ਚਕਾਰੀ ਕਰਕੇ ਜਿਹੜੇ 4 ਪੈਸੇ ਇਕੱਠੇ ਕਰਦੀ, ਉਹ ਇੱਕੋ ਦਿਨ ਆ ਕੇ ਵਹੁਟੀ ਨੂੰ ਮਾਰ ਕੁੱਟ ਕੇ ਖੋਹ ਖੜਦਾ। ਉਹਦਾ ਹਮੇਸ਼ਾ ਬੰਦਾ ਜੋੜੇ ਪਲੀ ਪਲੀ ਰੱਬ ਰੁੜਾਏ ਕੁੱਪਾ ਵਾਲਾ ਹਾਲ ਰਹਿੰਦਾ। ਇਹ ਸਭ ਕੁਝ ਵੇਖਦਿਆਂ ਹੋਇਆਂ ਵੀ ਮਾਲਕਣ ਤੋਂ ਪਿੱਛਾ ਨਹੀਂ ਛੁਡਾ ਸਕਦੀ, ਸਗੋਂ ਉਹਨੂੰ ਕਈ ਵਾਰ ਉਹਦੀਆਂ ਖੁਸ਼ਾਮਦਾਂ ਵੀ ਕਰਨੀਆਂ ਪੈ ਜਾਂਦੀਆਂ। ਅੰਦਰੋਂ ਅੰਦਰੀ ਬਥੇਰੀ ਭਾਲ ਕੀਤੀ ਗਈ, ਪਰ ਬੱਚੇ ਲਈ ਨਵੀਂ ਚੁਗਾਵੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਇੱਧਰ 1-2 ਦਿਨਾਂ ਤੋਂ ਰਦੀਆ ਕੁਝ ਵਧੇਰੇ ਬਿਟਰੀ ਹੋਈ ਹੈ। ਇੱਥੋਂ ਤੱਕ ਕਿ ਕੱਲ੍ਹ ਉਹਨੇ ਆਉਣ ਤੋਂ ਹੀ ਇਨਕਾਰ ਕਰ ਦਿੱਤਾ ਸੀ, ਪਰ ਵਿਚਾਰਾ ਸਾਧੂ ਸਿੰਘ ਆਪ ਜਾ ਕੇ ਉਹਦੇ ਤੇ ਉਹਦੇ ਪਤੀ ਦੇ ਪੈਰੀਂ ਹੱਥੀਂ ਪੈ ਕੇ ਰਦੀਆ ਨੂੰ ਮਨਾ ਲਿਆਇਆ। ਝਗੜਾ ਇਸ ਗੱਲ ਤੋਂ ਵੱਧ ਗਿਆ ਸੀ ਕਿ ਰਦੀਆ ਨੇ ਬੱਚੇ ਨੂੰ, ਜਦੋਂ ਕਿ ਉਹਦਾ ਥਣ ਨਹੀਂ ਸੀ ਛੱਡਦਾ, ਚਪੇੜ ਕੱਢ ਮਾਰੀ। ਕਿਸੇ ਨੇ ਵੇਖ ਲਿਆ ਤੇ ਮਾਈ ਗਿਆਨ ਕੌਰ ਦੇ ਕੰਨਾਂ 'ਤੇ ਗੱਲ ਪਹੁੰਚ ਗਈ। ਰਦੀਆ ਜਿੰਨਾ ਲੁੱਕ ਲੁਕਾ ਕੇ ਆਪਣੀ ਕੁੜੀ ਨੂੰ ਬਹੁਤਾ ਚੁੰਘਾਉਂਦੀ ਹੈ, ਉਹਨਾਂ ਸਗੋਂ ਮੁੰਡਾ ਤਗੜਾ ਹੁੰਦਾ ਜਾਂਦਾ ਅਤੇ ਕੁੜੀ ਨਿੱਘਰਦੀ ਜਾਂਦੀ ਹੈ। ਸ਼ਾਇਦ ਕੁੜੀ ਦੀ ਕਮਜ਼ੋਰੀ ਅਤੇ ਬਿਮਾਰੀ ਦਾ ਕਾਰਨ ਇਹੋ ਸੀ ਕਿ ਰਦੀਆ ਉਹਨੂੰ ਲੋੜ ਤੋਂ ਕਿਤੇ ਬਹੁਤਾ ਚੁੰਘਾ ਛੱਡਦੀ, ਅਤੇ ਉੱਤੋਂ ਮਲਾਈ ਆਦਿ ਦੀ ਭਰਤੀ ਵੱਖਰੀ। ਇਸ ਕਰਕੇ ਕੁੜੀ ਨੂੰ ਅਕਸਰ ਦਸਤ ਮਰੋੜ ਲੱਗੇ ਰਹਿੰਦੇ ਅਤੇ ਹਰ ਵੇਲੇ ਰੀਂ ਰੀਂ ਕਰਦੀ ਰਹਿੰਦੀ। ਇਹੋ ਈਰਖਾ ਰਦੀਆ ਨੂੰ ਖਾਈ ਜਾ ਰਹੀ ਸੀ। ਜੇ ਉਹਦਾ ਵੱਸ ਚੱਲਦਾ ਤਾਂ ਆਪਣੀ ਧੀ ਦੀ ਸਾਰੀ ਕਾਲਕ ਬਗਾਨੇ ਮੁੰਡੇ ਦੀ ਸਫੈਦੀ ਨਾਲ ਵਟਾ ਲੈਂਦੀ, ਨਾਲੇ ਬਿਮਾਰੀ ਨੂੰ ਅਰੋਗਤਾ ਨਾਲ। ਅੰਗ ਤੀਸਰਾ। ਸਾਧੂ ਸਿੰਘ ਦੇ ਮਕਾਨ ਦਾ ਉੱਪਰਲਾ ਹਿੱਸਾ ਸਧਾਰਨ ਨਜ਼ਰ ਨਾਲ ਤੱਕਿਆਂ ਸ਼ਾਇਦ ਬੇਲੋੜਾ ਜਾਪੇ, ਕਿਉਂਕਿ ਦਿਸਣਯੋਗ ਉਸ 'ਚ ਕੁਝ ਹੈ ਹੀ ਨਹੀਂ। ਮੌਤ ਵਰਗੀ ਖਾਮੋਸ਼ੀ, ਨਾ ਕੋਈ ਆਵਾਜ਼, ਨਾ ਹਰਕਤ, ਨਾ ਹੀ ਕਿਸੇ ਦਾ ਬਹੁਤਾ ਆਉਣ ਜਾਣ। ਪਰ ਬਾਹਰਲੀਆਂ ਚੀਜ਼ਾਂ ਤੋਂ ਛੁੱਟ ਜੇ ਉਹਦੇ ਅੰਦਰਲੀ ਦੁਨੀਆ 'ਚ ਝਾਤੀ ਮਾਰ ਕੇ ਕੋਈ ਵੇਖੇ ਤਾਂ ਉਸ ਲਈ ਇਸ ਸੁੰਨਸਾਨ ਕਮਰੇ 'ਚ ਵੀ ਬੜਾ ਕੁਝ ਹੈ। ਹੇਠਲੀ ਡਿਉੜੀ ਵਿੱਚੋਂ ਉੱਪਰਲੇ ਕਮਰੇ ਨੂੰ ਪੌੜੀਆਂ ਚੜ੍ਹਦੀਆਂ ਹਨ। ਪੌੜੀਆਂ ਦੇ ਅੰਤ ਉੱਤੇ ਇੱਕ ਚੁਗਾਠ ਨੂੰ ਫਰੜੇ ਜਿਹੇ 2 ਤਾਕ ਹਨ, ਜਿਹੜੇ ਅਕਸਰ ਵੱਜੇ ਹੀ ਰਹਿੰਦੇ ਹਨ। ਜੇ ਉਹਨਾਂ ਨੂੰ ਖੋਲ੍ਹਿਆ ਵੀ ਜਾਵੇ ਤਾਂ ਵੀ ਆਪਣੇ ਆਪ ਬੰਦ ਹੋ ਜਾਂਦੇ ਹਨ। ਉਹਨਾਂ ਦੀ ਬਣਤਰ ਹੀ ਕੁਛ ਇਹੋ ਜਿਹੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਚੁਬਾਰੇ 'ਚੋਂ ਕਿਸੇ ਦੀ ਪੀੜਤ ਹਾਏ ਹਾਏ ਮੱਧਮ ਆਵਾਜ਼ ਇਹਨਾਂ ਤਾਕਾਂ ਨਾਲ ਟਕਰਾ ਕੇ ਉੱਪਰ ਦੀ ਉੱਪਰ ਰਹਿ ਜਾਂਦੀ ਹੈ। ਅਵਲ ਤਾਂ ਹੇਠਾਂ ਤੱਕ ਪਹੁੰਚਦੀ ਨਹੀਂ, ਜੇ ਪਹੁੰਚ ਵੀ ਜਾਏ ਤਾਂ ਇਸ ਵੱਲ ਕਿਸੇ ਦਾ ਧਿਆਨ ਘੱਟ ਹੀ ਜਾਂਦਾ ਹੈ। ਸੁਣਨ ਵਾਲਿਆਂ ਦੇ ਕੰਨ ਸ਼ਾਇਦ ਇਹਨੂੰ ਸੁਣ ਸੁਣ ਕੇ ਥੱਕ ਗਏ ਹਨ। ਇਹਨਾਂ ਬੰਦ ਤਾਕਾਂ ਨੂੰ ਹੱਥ ਦੇ ਮਾੜੇ ਜਿਹੇ ਧੱਕੇ ਨਾਲ ਖੋਲ੍ਹ ਕੇ ਤੁਸੀਂ ਅੰਦਰ ਲੰਘੋ ਕਿ ਉਹ ਫੇਰ ਜਿਉਂਦੇ ਤਿਉਂ ਚੂਹੇਦਾਨੀ ਦੀ ਫੱਟੀ ਵਾਂਗ ਬੰਦ। ਸੱਜੇ ਹੱਥ ਟੱਟੀ ਹੈ, ਜਿਹਦਾ ਇਕਲੌਤਾ ਤਾਕ ਸਦਾ ਖੁੱਲ੍ਹਾ ਰਹਿੰਦਾ ਹੈ। ਬੰਦ ਕਰੋ ਤਾਂ ਵੀ ਆਪਣੇ ਆਪ ਖੁੱਲ੍ਹ ਜਾਂਦਾ ਹੈ। ਖੱਬੇ ਹੱਥ ਚੁਬਾਰਾ ਹੈ, ਜਿਹਦੇ ਅੱਗੇ ਲੱਕੜ ਦੇ ਬਸਤਿਆਂ ਵਾਲਾ 3 ਦਰਾ ਬਣਿਆ ਹੋਇਆ। ਉਹਦੇ ਸੱਜੇ ਖੱਬੇ ਵਾਲੇ ਦੋਵੇਂ ਬੂਹੇ ਬੰਦ ਹਨ ਅਤੇ ਵਿਚਕਾਰਲਾ ਖੁੱਲ੍ਹਾ। ਬੂਹਾ ਲੰਘਣ ਲੱਗਿਆ ਇੱਕ ਚੀਜ਼ ਤੁਹਾਡੇ ਸਿਰ ਨੂੰ ਛੂਹੇਗੀ। ਲਾਲ ਮੌਲੀ ਦੇ ਧਾਗੇ ਨਾਲ ਬੱਝੀ ਹੋਈ ਸ਼ਰੀਂ ਦੀ ਇੱਕ ਸੁੱਕੀ ਟਹਿਣੀ, ਜਿਹਦੇ ਪੱਤਰ ਇੱਕ ਇੱਕ ਕਰਕੇ ਸਾਰੇ ਭੁਰ ਗਏ ਹਨ। ਸ਼ਾਇਦ ਨਿਰਦਈ ਹਵਾ ਦੇ ਫਰਾਏ ਹਰ ਵਾਰੀ ਇੱਕ ਅੱਧਾ ਪੱਤਰ ਕੇਰ ਜਾਂਦੇ ਹੋਣ। ਕਦੋਂ ਇਹ ਬਿਲਕੁਲ ਸੱਖਣੀ ਹੋ ਜਾਏਗੀ, ਕਦੋਂ ਕੋਈ ਸੁਚੱਜਾ ਹੱਥ ਇਹਨੂੰ ਬੇਲੋੜੀ ਚੀਜ਼ ਸਮਝ ਕੇ ਤੋੜ ਵਗਾਏਗਾ, ਕਿਹਾ ਨਹੀਂ ਜਾ ਸਕਦਾ। ਚੁਗਾਠ ਦੀ ਹੇਠਲੀ ਦਹਿਲੀਜ਼ ਦੀਆਂ ਦੋਵੇਂ ਨੁੱਕਰਾਂ ਥਿੰਦੀਆਂ ਹਨ, ਜਿਨ੍ਹਾਂ ਨੂੰ ਘੱਟੇ ਮਿੱਟੀ ਨੇ ਚਿੱਕੜ ਵਰਗੀਆਂ ਕਰ ਦਿੱਤਾ ਹੋਇਆ। ਸ਼ਾਇਦ ਕਦੇ ਕਿਸੇ ਨੇ ਇੱਥੇ ਸ਼ਗਨਾਂ ਦਾ ਤੇਲ ਚੋਇਆ ਹੋਏਗਾ। ਪਤਾ ਨਹੀਂ ਕਦੋਂ ਕੋਈ ਸੁਚੱਜਾ ਹੱਥ ਕਿਸੇ ਖੁਰਪੀ ਨਾਲ ਖੁਰਚ ਕੇ ਇਸ ਥਾਂ ਨੂੰ ਸਾਫ਼ ਕਰ ਦੇਵੇ। ਬੂਹਾ ਵੜਦਿਆਂ ਸੜਕ ਵੱਲ ਖੁੱਲ੍ਹਦੀ ਬਾਰੀ ਅੱਗੇ ਕੰਧ ਨਾਲ ਜੁੜਵਾਂ ਇੱਕ ਵਾਣ ਦਾ ਉਣਿਆ ਮੰਜਾ ਡੱਠਾ ਦਿਖਾਈ ਦਿੰਦਾ ਹੈ, ਜਿਸ ਦੀ ਪੈਂਦ ਕਿਸੇ ਬਦਨਸੀਬ ਦੇ ਦਿਲ ਵਾਂਗੂ ਕਈਆਂ ਥਾਵਾਂ ਤੋਂ ਟੁੱਟ ਟੁੱਟ ਕੇ ਗੰਢੀ ਹੋਈ ਅਤੇ ਕਈਆਂ ਥਾਵਾਂ ਤੋਂ ਗੰਢ ਗੰਢ ਕੇ ਟੁੱਟੀ ਹੋਈ ਹੈ। ਮੰਜੇ ਉੱਤੇ ਇੱਕ ਘਸਮੈਲੇ ਰੰਗ ਦੀ ਸੱਫ ਵਿਛੀ ਹੋਈ ਹੈ, ਜਿਸ ਉੱਤੇ ਦਰੀ ਅੱਗੋਂ ਪਿੱਛੋਂ ਇਕੱਠੀ ਹੋਈ ਪਈ ਹੈ। ਇਸੇ ਵਿਛਾਈ ਉੱਤੇ ਇੱਕ ਰੋਗਣ ਲੰਮੀ ਪਈ ਔਖੇ ਔਖੇ ਸਾਹ ਲੈਂਦੀ ਹੁੰਗਾਰੇ ਭਰ ਰਹੀ ਹੈ। ਕਮਰੇ 'ਚ ਕੋਈ ਏਡਾ ਸਮਾਨ ਨਹੀਂ।
ਮੰਜੇ ਦੀ ਪੈਂਦ ਵੱਲ ਇੱਕ ਤਰਪਾਈ ਉੱਤੇ ਦਵਾਈ ਦੀਆਂ 2-3 ਸ਼ੀਸ਼ੀਆਂ, ਇੱਕ ਚੀਨੀ ਦੀ ਪਿਆਲੀ, ਇੱਕ ਟੂਟੀ ਵਾਲੀ ਭਬਕੀ ਤੇ 5-7 ਡਾਕਟਰੀ ਵਿਉਂਤ ਦੀਆਂ ਪੁੜੀਆਂ ਪਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਪਾਣੀ ਜਾਂ ਮਿਕਸਚਰ ਡੁੱਲਣ ਕਰਕੇ ਭਿੱਜੀਆਂ ਹੋਈਆਂ ਹਨ। ਬਾਰੀ ਦੀ ਨੁੱਕਰੇ ਇੱਕ ਵੱਡਾ ਕਾਲੇ ਰੰਗ ਦਾ ਟਰੰਕ, ਉਸ ਉੱਤੇ ਇੱਕ ਚਿੱਤਰੇ ਮਿੱਤਰੇ ਰੰਗ ਦੀ ਛੋਟੀ ਜਿਹੀ ਟਰੰਕੀ ਰੱਖੀ ਹੋਈ ਹੈ। ਮੰਜੇ ਦੀ ਸਰਹਾਂਦੀ ਵੱਲ ਵੀ ਇੱਕ ਗਲਾਸ ਉਲਟਿਆ ਪਿਆ, ਸ਼ਾਇਦ ਦੁੱਧ ਵਾਲਾ, ਜਿਸ ਵਿੱਚੋਂ ਕੱਕੇ ਰੰਗ ਦੀਆਂ ਕੀੜੀਆਂ ਦੀ ਇੱਕ ਲੰਮੀ ਕਤਾਰ ਆ ਜਾ ਰਹੀ ਹੈ। ਕੀੜੀਆਂ ਦੀ ਖੁਰਾਕ ਸ਼ਾਇਦ ਹੁਣ ਖਤਮ ਹੋਣ 'ਤੇ ਆਈ ਹੈ, ਕਿਉਂਕਿ ਕਤਾਰ ਵਿੱਚ ਬਹੁਤੀ ਗਿਣਤੀ ਹੁਣ ਕੀੜੀਆਂ ਦੀ ਹੈ ਜਿਹੜੀਆਂ ਵਾਪਸ ਮੁੜੀਆਂ ਜਾ ਰਹੀਆਂ ਹਨ, ਰੱਜ ਕੇ ਜਾਂ ਖਬਰੇ ਭੁੱਖੀਆਂ ਹੀ। ਬਿਮਾਰ ਦਾ ਰੰਗ ਕਾਗਜ਼ ਵਰਗਾ ਗੋਰਾ ਤੇ ਜੁੱਸਾ ਲਹੂ ਤੋਂ ਖਾਲੀ ਹੈ। ਬਾਹਾਂ 'ਚ ਰੱਤਾ ਚੂੜਾ ਹੈ, ਜਿਹੜਾ ਉਹਦੀਆਂ ਹੱਡੀਆਂ ਮਾਤਰ ਵੀਣੀਆਂ ਹਿੱਲਣ ਨਾਲ ਇੱਧਰ ਉੱਧਰ ਲੁੜਕ ਜਾਂਦਾ ਹੈ। ਜਦੋਂ ਇੱਕ ਔਖਾ ਹੁੰਗਾਰਾ ਭਰਦੀ ਹੱਥ ਨੂੰ ਛਾਤੀ ਤੋਂ ਚੁੱਕ ਕੇ ਬਾਂਹ ਸਿੱਧੀ ਕਰਦੀ ਹੋਈ ਸ਼ਾਇਦ ਥਕਾਵਟ ਦੂਰ ਕਰਨ ਲਈ ਸਿਰ ਵੱਲ ਲੈ ਜਾਂਦੀ ਹੈ, ਤੇ ਇਹ ਲਾਲ ਚੂੜੀਆਂ ਕਾਲੀ ਕਾਲੀ ਇੱਕ ਦੂਜੀ ਦੇ ਮਗਰ ਭੱਜਦੀਆਂ ਹੋਈਆਂ ਉਹਦੇ ਡੌਲੇ ਤੀਕ ਜਾ ਪਹੁੰਚਦੀਆਂ। ਦੌੜਦੀਆਂ ਚੂੜੀਆਂ ਨੂੰ ਰੋਗਣ ਹਸਰਤ ਤੇ ਫਿੱਕੀ ਜਿਹੀ ਮੁਸਕਰਾਹਟ ਨਾਲ ਵੇਖ ਇੱਕ ਠੰਡਾ ਸਾਹ ਭਰ ਕੇ ਰਹਿ ਜਾਂਦੀ ਹੈ। ਉਸੇ ਤਰ੍ਹਾਂ ਦੀ ਮੁਸਕਰਾਹਟ ਜਿਹੋ ਜਿਹੀ ਉਸ ਕਿਸਾਨ ਦੇ ਬੁੱਲ੍ਹਾਂ 'ਤੇ ਹੁੰਦੀ ਹੈ ਜਦੋਂ ਉਹਦੀ ਪੱਕੀ ਫਸਲ ਉੱਤੇ ਗੜੇਮਾਰ ਹੋ ਰਹੀ ਹੋਵੇ ਤੇ ਉਹ ਆਖ ਰਿਹਾ ਹੋਵੇ, ਵਾਹ ਤੇਰੀਆਂ ਕੁਦਰਤਾਂ। ਸ਼ਾਇਦ ਅਜਿਹੇ ਵੇਲੇ ਰੋਗਣ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਫਿਰਦਾ ਹੋਏਗਾ ਜਦੋਂ ਇਹੋ ਲਾਲ ਚੂੜੀਆਂ ਸ਼ਗਨਾਂ ਨਾਲ ਸੁਹਾਗ ਗਾਉਂਦੀਆਂ ਕੁੜੀਆਂ ਦੀ ਗੂੰਜ ਵਿੱਚ ਉਹਨੂੰ ਬੜੀ ਮੁਸ਼ਕਿਲ ਨਾਲ ਪਹਿਨਾਈਆਂ ਗਈਆਂ ਸਨ, ਜਦੋਂ ਉਹਦੇ ਗੁੱਟਾਂ 'ਚੋਂ ਲਹੂ ਸਿਮ ਕੇ ਇਸ ਰੱਤੇ ਚੂੜੇ ਨਾਲ ਇੱਕ ਜਾਨ ਹੋਇਆ ਸੀ ਤੇ ਪੀੜ ਨਾਲ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ ਸਨ। ਬੇਸ਼ੱਕ ਉਹ ਪੀੜ ਦੇ ਅੱਥਰੂ ਹੋਣਗੇ, ਪਰ ਉਹਨਾਂ ਦੇ ਪਿੱਛੇ ਲੁਕੀ ਹੋਈ ਸੀ ਚਾਵਾਂ ਤੇ ਸੱਧਰਾਂ ਦੀ ਮਿੱਠੀ ਦੁਨੀਆ, ਉੱਦਾਂ ਹੀ ਜਿਸ ਤਰ੍ਹਾਂ ਉਹਦੇ ਇਸ ਵੇਲੇ ਦੀ ਮੁਸਕਰਾਹਟ ਪਿੱਛੇ ਨਿਰਾਸਤਾ ਦੀ ਹਾਹਾਕਾਰ ਲੁਕੀ ਹੋਈ ਹੈ। ਰੋਗਣ ਦੇ ਸਿਰ ਹੇਠਾਂ ਇੱਕ ਮੱਧਰਾ ਜਿਹਾ ਸਰ੍ਹਾਣਾ ਹੈ, ਜਿਹਦਾ ਉਛਾੜ ਉਹਦੇ ਸਿਰ ਦੀ ਥੰਧਿਆਈ ਕਰਕੇ ਮੈਲਾ ਹੋਣ ਤੋਂ ਛੁੱਟ ਸਿਰ ਦੀਆਂ ਰਗੜਾਂ ਨਾਲ ਕੱਸ-ਕੱਸ ਕੇ ਵਿਚਕਾਰੋਂ ਕੁਝ ਪਾਟ ਗਿਆ। ਉਹਨੇ ਪੈਰਾਂ ਤੋਂ ਲੈ ਕੇ ਛਾਤੀ ਤੱਕ ਇੱਕ ਹਰੇ ਰੰਗ ਦੀ ਚਾਦਰ ਲਈ ਹੋਈ ਹੈ, ਜਿਸ ਵਿੱਚੋਂ ਦੋਵੇਂ ਨੰਗੀਆਂ ਬਾਹਾਂ ਬਾਹਰ ਕੱਢ ਕੇ ਉਹਨੇ ਇੱਕ ਛਾਤੀ ਉੱਤੇ ਤੇ ਦੂਜੀ ਨੂੰ ਪਾਸੇ ਨਾਲ ਸੁੱਟਿਆ ਹੋਇਆ ਹੈ। ਉਹਦੇ ਗਲ ਲੰਮੀਆਂ ਬਾਹਾਂ ਵਾਲੀ ਝੱਗੀ ਹੈ, ਜਿਹਦੇ ਹੇਠੋਂ ਉਹਦੀ ਸੱਖਣੀ ਹਿੱਕ ਦਾ ਉਭਾਰ ਉਤਾਰ ਦਿਖਾਈ ਦਿੰਦਾ ਹੈ। ਸੱਖਣੀ ਸ਼ਾਇਦ ਇਸ ਕਰਕੇ ਕਿ ਕਈਆਂ ਚਿਰਾਂ ਤੋਂ ਇਸ ਹਿੱਕ ਹੇਠਾਂ ਅਰਮਾਨਾਂ, ਉਦਰੇਵਿਆਂ ਤੇ ਪਛਤਾਵਿਆਂ ਦੀਆਂ ਕਾਗਾਂ ਆ ਕੇ ਇਹਦੇ ਨਾਜ਼ੁਕ ਕੰਢਿਆਂ ਨੂੰ ਘੇਰਦੀਆਂ ਰਹੀਆਂ। ਉੱਤੋਂ ਤਾਨਿਆਂ, ਤਨੋੜਿਆਂ ਤੇ ਲੰਬੇ ਲੰਘ ਕੇ ਇਸ ਦੇ ਲਹੂ ਦਾ ਤੁਪਕਾ ਕਰਕੇ ਚੂਸਦੇ ਰਹੇ ਹਨ। ਅੱਜ ਇਹ ਹਿੱਕ ਅੰਦਰੋਂ ਬਾਹਰੋਂ ਸੱਖਣੀ ਹੈ। ਜਦ ਤੋਂ ਪਤੀ ਨੇ ਕਾਲ ਕੋਠੜੀ ਮੱਲੀ ਹੈ, ਉਦੋਂ ਤੋਂ ਹੀ ਪਤਨੀ ਨੇ ਰੋਗ ਕੋਠੜੀ ਕੁਲਦੀਪ ਦੇ ਮਾਂ-ਪਿਓ 3 ਵਾਰੀ ਜੇਲ੍ਹ ਜਾ ਕੇ ਪੁੱਤਰ ਨਾਲ ਮੁਲਾਕਾਤ ਕਰ ਰਹੇ ਹਨ, ਪਰ ਉਹਨਾਂ ਨੇ ਕੁਲਦੀਪ ਦੇ ਕੰਨੀ ਭਿਣਕ ਨਹੀਂ ਪੈਣ ਦਿੱਤੀ ਕਿ ਉਹਦੀ ਵਹੁਟੀ ਬਿਮਾਰ ਹੈ। ਉਹ ਨੂੰਹ ਪੁੱਤਰ ਦੇ ਅਮੁੱਲ ਪਿਆਰ ਤੋਂ ਅਣਜਾਣ ਨਹੀਂ ਸਨ। ਖਾਸ ਕਰਕੇ ਕੁਲਦੀਪ ਦੀ ਮਾਂ ਨੇ ਇਸ ਗੱਲ ਦੀ ਬਹੁਤੀ ਇਹਤਿਆਤ ਰੱਖੀ ਸੀ, ਕਿਉਂਕਿ ਉਹ ਜਾਣਦੀ ਸੀ ਨੂੰਹ ਤਾਂ ਏਦੋਂ ਚੰਗੇਰੀ ਉਹਨੂੰ ਹੋਰ ਵੀ ਮਿਲ ਜਾਏਗੀ, ਪਰ ਜੇ ਪੁੱਤਰ ਦੇ ਦਿਲ ਨੂੰ ਸੱਟ ਵੱਜੀ ਤੇ ਕੀ ਬਣੇਗਾ। ਸਤਵੰਤ ਨੂੰ ਇੱਕ ਘੜੀ ਲਈ ਵੀ ਜ਼ਬਾਨੋਂ ਛੱਡਿਆ ਉਹ ਜ਼ਹਿਰੀ ਤੀਰ ਜਾਂਦੇ ਹੋ ਤਾਂ 100 ਵਾਰੀ ਜਾਓ ਨਹੀਂ ਭੁੱਲਿਆ, ਜਿਹੜਾ ਉਹਨੇ ਪਤੀ ਦੀ ਹਿੱਕ 'ਚ ਮਾਰਿਆ ਸੀ, ਤੇ ਇਸੇ ਦਾ ਪਛਤਾਵਾ ਸੀ ਜਿਹਨੇ ਮੰਜੇ ਨਾਲ ਉਹਦੀ ਸਦਾ ਲਈ ਸਾਂਝ ਪਾ ਦਿੱਤੀ। ਉਹਦਾ ਖਿਆਲ ਨਹੀਂ ਸੀ ਕਿ ਗੁੱਸੇ 'ਚ ਆਖਿਆ ਹੋਇਆ ਉਹਦਾ ਇਹ ਬੋਲ ਪਤੀ ਦੇ ਹਿਰਦੇ 'ਚ ਇੰਨਾ ਡੂੰਘਾ ਉਤਰ ਜਾਏਗਾ, ਤੇ ਜਿਸ ਵੇਲੇ ਉਹਨੇ ਵਾਕ ਕਿਹਾ ਸੀ ਉਹ ਤੋਂ ਝਟਪਟ ਬਾਅਦ ਹੀ ਉਹ ਸਾਰਾ ਦਿਨ ਪਤੀ ਦੇ ਪੈਰਾਂ ਹੇਠ ਵਿਛਾਣ ਨੂੰ ਤਿਆਰ ਹੋ ਗਈ ਸੀ, ਪਰ ਕੁਲਦੀਪ ਨੇ ਉਹਨੂੰ ਮੌਕਾ ਹੀ ਨਾ ਦਿੱਤਾ। ਉਹਦੇ ਪੈਰ ਮੁੜ ਇਹਨਾਂ ਦਹਿਲੀਜ਼ਾਂ ਨੂੰ ਨਹੀਂ ਟੱਪੇ। ਕੁਲਦੀਪ ਚਲਾ ਗਿਆ, ਸਤਵੰਤ ਨੂੰ ਪਛਤਾਵੇ ਦੀ ਚਿਖਾ 'ਚ ਸੁੱਟ ਕੇ। ਉੱਤੋਂ ਵਾਧਾ ਇਹ ਕਿ ਸੱਸ ਦੇ ਮੂੰਹ 'ਚ ਹਰ ਵੇਲੇ ਇਹ ਵਾਕ ਸਨ, ਨੀ ਭਰਾਵਾਂ ਖਾਣੀਏ ਡੈਣੇ, ਨੀ ਤੂੰ ਮੇਰੀ ਉਮਰਾਂ ਦੀ ਕਮਾਈ ਰੋੜ ਘੱਤੀ, ਨੀ ਨਾ ਹੋਵੇਂ ਤੂੰ ਲੜਨ ਜੋਗੀ, ਨੀ ਤੇਰੇ ਚੱਟੇ ਕਦੀ ਨਾ ਪੁੰਗਰੇ, ਨੀ ਤੇਰੇ ਅਗਲਿਆਂ ਪਿਛਲਿਆਂ ਦਾ ਕੱਖ ਨਾ ਰਹੇ। ਪਰ ਸਤਵੰਤ ਇਦੋਂ ਵੀ ਬਹੁਤੀਆਂ ਫਟਕਾਰਾਂ ਆਪਣੇ ਆਪ ਨੂੰ ਪਾਉਂਦੀ ਸੀ। ਆਪੇ ਹੀ ਉਹਨੇ ਸੱਸ ਨੂੰ ਆਪਣਾ ਇਹ ਅਪਰਾਧ ਦੱਸਿਆ ਸੀ। 2.5 ਸਾਲਾਂ ਦੀ ਲੰਮੀ ਕੈਦ ਕਦੋਂ ਮੁੱਕੇ, ਕਦੋਂ ਉਹਦਾ ਪਤੀ ਘਰ ਆਵੇ, ਕੀ ਪਤਾ ਫਿਰ ਵੀ ਆਵੇ ਕਿ ਨਾ। ਹੁਣ ਤੀਕ ਤਾਂ ਸਤਵੰਤ ਕਿਸੇ ਤਰ੍ਹਾਂ ਮੌਤ ਨਾਲ ਲੜ ਘੁਲ ਕੇ ਲਟਕਦੀ ਆਈ ਸੀ, ਪਰ ਉਦੋਂ ਬਣੀ ਜਣੇਪੇ ਦੀ ਤਕਲੀਫ ਜਿਹਨੇ ਉਹਦੇ ਜੁੱਸੇ ਵਿੱਚ ਜੋ ਕੋਈ ਮਾਸ ਦੀ ਬੂਟੀ ਬਾਕੀ ਸੀ ਉਹ ਵੀ ਚੂੰਡ ਲਈ। ਉਹ ਸਮਝ ਚੁੱਕੀ ਸੀ ਕਿ ਮੌਤ ਅੱਗੇ ਉਹਦੀ ਕੋਈ ਵਾਹ ਨਹੀਂ। ਸ਼ਾਇਦ ਉਹ ਕੁਝ ਚਿਰ ਹੋਰ ਕੱਢ ਜਾਂਦੀ ਜੇ ਆਪਣੇ ਪਤੀ ਦੀ ਉਹ ਛੋਟੇ ਕੱਦ ਦੀ ਤਸਵੀਰ ਵੇਖਣ ਦੀ ਉਹਨੂੰ ਖੁੱਲ੍ਹ ਹੁੰਦੀ, ਪਰ ਜਦ ਤੋਂ ਬੱਚੇ ਦਾ ਇਸ ਕਮਰੇ 'ਚ ਆਉਣਾ ਬੰਦ ਕਰ ਦਿੱਤਾ ਗਿਆ, ਸਤਵੰਤ ਪੈਰੋਂ ਪੈਰ ਥੱਲੇ ਜਾ ਰਹੀ ਹੈ। ਉਹਦਾ ਉੱਕਾ ਹੀ ਮੱਚ ਮਰ ਚੁੱਕਾ ਹੈ। ਹੁਣ ਉਹਦੇ ਦਿਲ 'ਚ ਨਾ ਮਿਲਣ ਦੀ ਸਿੱਕ ਹੈ, ਨਾ ਵਿਛੋੜੇ ਦਾ ਸੇਕ, ਨਾ ਮੌਤ ਦਾ ਸਹਿਮ। ਜੁਆਰੀਆ
ਜਦ ਹਾਰਦਾ ਹਾਰਦਾ ਛਿੱਕੜਲਾ ਦਾ ਵੀ ਹਾਰ ਜਾਂਦਾ ਹੈ, ਉਹਦੀ ਸਾਰੀ ਚਿੰਤਾ ਲੱਥ ਜਾਂਦੀ ਹੈ। ਇਹੋ ਹਾਲ ਸਤਵੰਤ ਦਾ ਇਸ ਵੇਲੇ ਹੈ। ਸੱਸ ਦੀ ਸ਼ਕਲ ਵੇਖਿਆ ਉਹਨੂੰ ਹਫ਼ਤੇ ਤੋਂ ਵੱਧ ਹੋ ਗਿਆ ਹੈ। ਸਹੁਰਾ ਵਿਚਾਰਾ ਸੰਗਦਾ ਕਦੇ ਕਦਾਈ ਫੇਰਾ ਪਾਉਂਦਾ ਹੈ। ਖਾਦ ਖੁਰਾਕ ਦਾ ਧਿਆਨ ਜ਼ਰੂਰ ਰੱਖਦਾ ਹੈ। ਰਦੀਆ ਹੀ ਦਿਨ 'ਚ 2-3 ਵਾਰ ਇਹਦੀ ਖਬਰ ਸੁਰਤ ਲੈ ਜਾਂਦੀ ਹੈ। ਦੁਆ ਦਾਰੂ ਜਾਂ ਦੁੱਧ ਆਦਿ ਜੋ ਕੁਝ ਦੇਣਾ ਹੋਵੇ ਦੇ ਜਾਂਦੀ ਹੈ। ਪਰ ਉਹ ਵੀ ਕੁੜਦੀ ਬੁੜਬੁੜਾਉਂਦੀ ਹੋਈ। ਨਾਲੇ ਉਹਨੂੰ ਮਾਲਕਣ ਦਾ ਕਰੜਾ ਹੁਕਮ ਹੈ ਵੀ ਲੋੜ ਤੋਂ ਵੱਧ ਸਤਵੰਤ ਦੇ ਕਮਰੇ 'ਚ ਨਾ ਠਹਿਰਿਆ ਕਰੇ। ਸਤਵੰਤ ਨੂੰ ਅੱਜ ਕੱਲ੍ਹ ਨੀਂਦਰ ਘੱਟ ਆਉਂਦੀ ਹੈ। ਰਾਤੀ ਕਿਸੇ ਵੇਲੇ ਝੱਟ ਘੜੀ ਅੱਖ ਭਾਵੇਂ ਲੱਗ ਜਾਏ, ਨਹੀਂ ਤਾਂ ਉਹ ਜਾਗਦੀ ਹੈ ਜਾਂ ਸੁੱਤੀ ਹੋਈ ਮਾਂ ਨੂੰ ਉਹ ਜਾਗਣ ਅਤੇ ਸੌਣ ਦਾ ਫਰਕ ਹੀ ਭੁੱਲ ਗਈ ਹੈ। ਕਮਰੇ ਦੀ ਬਾਜ਼ਾਰ ਵੱਲ ਦੀ ਤਾਕੀ ਅਕਸਰ ਖੁੱਲ੍ਹੀ ਰਹਿੰਦੀ ਹੈ, ਜਿਸ ਥਾਣੀ ਉਹਨੂੰ ਹੇਠਲਾ ਰੌਲਾ ਗੌਲਾ ਸੁਣਾਈ ਦਿੰਦਾ ਰਹਿੰਦਾ ਹੈ। ਨਿੱਤ ਇੱਕੋ ਜਿਹੀਆਂ ਟਾਂਗੇ ਵਾਲਿਆਂ ਦੀਆਂ ਕੰਨ ਖਾਣੀਆਂ ਆਵਾਜ਼ਾਂ, ਚਲੋ ਸ਼ਹਿਰ ਦੀ ਇੱਕ ਸਵਾਰੀ, ਉਹ ਮਾਈ ਕਿੱਥੇ ਜਾਣਾ ਹੈ, ਡਬਗਰੀ ਦਰਵਾਜ਼ੇ, ਆ ਬੈਠ 2 ਆਨੇ, ਹਲਾ 6 ਪੈਸੇ ਦਈ। ਅਤੇ ਜਾਂ ਫਿਰ ਅੱਡੇ ਦਾ ਦਰੋਗਾ ਸੀਟੀਆਂ ਵਜਾਉਂਦਾ ਹੋਇਆ ਕੜਕਦਾ, ਉਹ ਟਾਂਗੇ ਵਾਲੇ ਤੈਨੂੰ ਦਿਸਦਾ ਵੇ ਕਿ ਨਹੀਂ। ਉੱਧਰੋਂ ਘਾਹ ਮੰਡੀ ਦੀਆਂ ਆਵਾਜ਼ਾਂ, ਉਹ ਦਰੋਗਾ ਲੈ ਜਾ ਖੱਬਲ। ਇਸੇ ਤਰ੍ਹਾਂ ਅੱਡੇ 'ਤੇ ਲਾਗੇ ਕਿਤੇ ਰੋਟੀ ਕਬਾਬ ਦਾ ਹੋਕਾ, ਕਿਤੇ ਮਲਾਈ ਦੀ ਕੁਲਫੀ ਦੀ ਸੱਦ, ਕਿਤੇ ਮਹਿੰਗੀ ਵਾਲੇ ਦੀ ਦਾਲ ਮੁਰਮੁਰੇ ਦੀ ਨੱਕ 'ਚੋਂ ਆਵਾਜ਼। ਸਭ ਤੋਂ ਦੁਖਦਾਈ ਸੀ ਉਸ ਆਲੂ ਛੋਲਿਆਂ ਵਾਲੇ ਦੀ ਆਵਾਜ਼, ਜਿਹੜਾ ਮਕਾਨ ਦੇ ਹੇਠਾਂ ਲਾਗੇ ਕਰਕੇ ਬੈਠਦਾ ਸੀ। ਇੱਕੋ ਸਾਹ ਬੋਲੀ ਜਾਂਦਾ, ਆਲੂ ਛੋਲੇ ਬਦਾਨੇ ਨਾਲੋਂ ਪੋਲੇ, ਗਰਮ ਮਸਾਲਾ ਪਾਇਆ, ਹੁਣੇ ਬਣਾ ਕੇ ਲਿਆਇਆ। ਇੱਕ ਹੋਰ ਵੀ ਚੀਜ਼ ਸੀ ਜੇ ਤੋਂ ਸਤਵੰਤ ਘਬਰਾਉਂਦੀ ਸੀ। ਇਹ ਸੀ ਹੇਠਾਂ ਨਾਨਾ ਬਾਈ ਦੀ ਹੱਟੀ 'ਤੇ ਟੰਗਿਆ ਹੋਇਆ ਤੋਤਾ, ਜਿਹੜਾ ਹਰ ਵੇਲੇ ਟੀ ਟੀ ਕਰਕੇ ਉਹਦਾ ਮਗਜ਼ ਖਾਂਦਾ ਰਹਿੰਦਾ। ਸ਼ਾਮ ਦਾ ਵੇਲਾ ਸੀ। ਸਿਰਹਾਣਾ ਉਚੇਰਾ ਕਰਕੇ ਸਤਵੰਤ ਉਸੇ ਬਾਜ਼ਾਰ ਵਾਲੇ ਪਾਸੇ ਦੀ ਕੰਧ ਨਾਲ ਸਿਰ ਲਾਈ ਲੰਮੀ ਪਈ ਹੋਈ ਇਹਨਾਂ ਬੇਸੁਰੀਆਂ ਭਾਂਤੋਂ ਭਾਂਤ ਦੀਆਂ ਆਵਾਜ਼ਾਂ ਨੂੰ ਸੁਣ ਰਹੀ ਸੀ। ਉਹਦੀ ਸੁੰਨੀ ਨਜ਼ਰ ਕਮਰੇ 'ਚ ਇਸ ਤਰ੍ਹਾਂ ਫਿਰ ਰਹੀ ਸੀ ਜਿਵੇਂ ਕੁਝ ਢੂੰਡ ਰਹੀ ਹੋਵੇ। ਅੱਜ ਉਹਨੂੰ ਆਪਣੀ ਹਾਲਤ ਵਧੇਰੇ ਖਰਾਬ ਜਾਪਦੀ ਸੀ। ਉਹਨੇ ਆਪਣੇ ਖੱਬੇ ਹੱਥ ਨੂੰ ਸਿੱਧਾ ਪੁੱਠਾ ਕਰਕੇ ਵੇਖਿਆ। ਚਿੱਟੇ ਚਮੜੇ ਵਿੱਚੋਂ ਹੱਡੀਆਂ ਦੇ ਸਾਰੇ ਜੋੜ ਤੇ ਨਾੜਾਂ ਦਾ ਜਾਲ ਦਿਸ ਰਹੇ ਸਨ। ਮੂੰਹ 'ਤੇ ਹੱਥ ਫੇਰਿਆ, ਹੱਡੀਆਂ ਹੀ ਹੱਡੀਆਂ। ਉਹਨੂੰ ਆਪਣੇ ਆਪ ਪਾਸੋਂ ਡਰ ਆਉਣ ਲੱਗਾ। ਬਿਨਾਂ ਸ਼ੀਸ਼ੇ ਤੋਂ ਉਹਨੂੰ ਆਪਣਾ ਡਰਾਉਣਾ ਚਿਹਰਾ ਵਿਖਾਈ ਦੇ ਰਿਹਾ ਸੀ। ਇਹਨੇ ਨੂੰ ਜੰਗਲੀ ਕਬੂਤਰਾਂ ਦਾ ਇੱਕ ਜੋੜਾ ਕਮਰੇ 'ਚ ਆ ਵੜਿਆ। ਸਾਹਮਣੇ ਵਾਲੇ 'ਚ ਦੋਵੇਂ ਕਿੰਨਾ ਹੀ ਚਿਰ ਚੁੰਝਾਂ ਨਾਲ ਇੱਕ ਦੂਜੇ ਦੀਆਂ ਗਰਦਨਾਂ ਪਲੋਸਦੇ ਰਹੇ। ਇਸ ਤੋਂ ਬਾਅਦ ਠੂੰਗੇਬਾਜ਼ੀ 'ਤੇ ਆ ਗਏ ਅਤੇ ਕਬੂਤਰ ਉੱਡ ਕੇ ਬਾਹਰ ਨਿਕਲ ਗਿਆ। ਪਰ ਕਬੂਤਰੀ ਬੈਠੀ ਰਹੀ, ਸ਼ਾਇਦ ਇਸ ਉਡੀਕ ਵਿੱਚ ਕਿ ਹੁਣੇ ਮੁੜ ਆਏਗਾ। ਪਰ ਜਦ ਚੋਖਾ ਚਿਰ ਮੁੜ ਕੇ ਨਾ ਆਇਆ ਤਾਂ ਉਹ ਵੀ ਉੱਡ ਗਈ। ਸਤਵੰਤ ਕਿੰਨਾ ਹੀ ਚਿਰ ਕਿਸੇ ਡੂੰਘੇ ਵਹਿਣ 'ਚ ਰੁੜਦੀ ਰਹੀ। ਜਦ ਉਹਨੇ ਅੱਖਾਂ ਝਪਕੀਆਂ ਅਤੇ ਹੇਠਾਂ ਸੜਕ 'ਤੇ ਕੋਈ ਮੰਗਤਾ ਮਾਲ ਕੌਂਸਟ ਗਾ ਰਿਹਾ ਸੀ, ਮੈਂ ਤੋ ਪੀਆ ਸੰਗ ਲਰ ਪਛਤਾਨੀ ਹਾਂ, ਮੈਂ ਤੋ ਰੋਵਤ ਰੈਨ ਬਿਹਾਨੀ ਹਾਂ। ਸਤਵੰਤ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਤਾਜ਼ਾ ਹੋ ਗਿਆ, ਅੱਜ ਤੋਂ 6 ਮਹੀਨੇ ਪਹਿਲਾਂ ਦਾ। ਉਹਦੇ ਕਲੇਜੇ 'ਚ ਚਸਕਾਂ ਪੈਣ ਲੱਗੀਆਂ। ਬਲ ਕੇ ਬੁੱਝ ਚੁੱਕੀ ਬਿਰਹੋਂ ਦੀ ਪਸ਼ਚਾਤਾਪ ਦੀ ਅੱਗ ਫਿਰ ਸੁਲਗ ਪਈ। ਉਹਦੀਆਂ ਅੱਖਾਂ 'ਚੋਂ ਹੰਝੂਆਂ ਦੀ ਧਾਰ ਵਹਿ ਤੁਰੀ। ਹੇਠੋਂ ਫਿਰ ਆਵਾਜ਼ ਆਈ, ਤੜਪ ਤੜਪ ਮੈਂ ਪੜੀ ਰਹੀ ਸੇਜ ਪਰ, ਜੈਸੇ ਮੀਨ ਬਿਨ ਪਾਨੀਆਂ। ਸਤਵੰਤ ਦੀਆਂ ਅੱਖਾਂ ਬੰਦ ਨਹੀਂ ਸਨ, ਪਰ ਉਹਨਾਂ 'ਚ ਕਈ ਸੁਪਨੇ ਖੇਡ ਰਹੇ ਸਨ। ਨਿਰਾਸਤਾ ਦੀ ਭੱਠੀ 'ਚ ਸੜ ਕੇ ਸੁਆਹ ਹੋ ਚੁੱਕੀਆਂ ਸਧਰਾਂ ਇੱਕ ਵਾਰੀ ਫਿਰ ਪੁੰਗਰ ਪਈਆਂ। ਉਹਦਾ ਰੋਮ ਰੋਮ ਗਾ ਰਿਹਾ ਸੀ। ਉਸ ਕਮਰੇ ਵਿਚਲੀ ਸਾਰੀ ਫਿਜ਼ਾ ਕੁਰਲਾ ਰਹੀ ਸੀ, ਮੈਂ ਤੋ ਪੀਆ ਸੰਗ ਲਰ ਪਛਤਾਨੀ ਹਾਂ। ਇਸ ਤੋਂ ਬਾਅਦ ਕਿੰਨਾ ਚਿਰ ਤੇ ਕੀ ਸਤਵੰਤ ਸੋਚਦੀ ਰਹੀ, ਕਿਹਾ ਨਹੀਂ ਜਾ ਸਕਦਾ। ਪਰ ਜਦ ਉਹਦੀ ਹੋਸ਼ ਫਿਰੀ ਤਾਂ ਕਮਰੇ 'ਚ ਰਦੀਆ ਮੌਜੂਦ ਸੀ, ਜਿਹੜੀ ਦਵਾਈ ਲੈ ਕੇ ਆਈ ਸੀ। ਧੰਨਵਾਦ। ਚੱਲਦਾ।